ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰੂ ਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕੁਰਾਈ ਤੇਹਾ ਹੋ ਕਰੀ ਵਖਿਆਨ ਕਹਾ ਬੁੱਧ ਪ੍ਰਭ ਤੁਛ ਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਓ ਤਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਾਟੋ ਪਿੰਗ ਗਿਰਨ ਚੜ ਜਾਏ ਅੰਧ ਲਖੈ ਵਦਰੋ ਸੁਨੈ ਜਉ ਕਾਲ ਕਿਰਪਾ ਕਰਾਈ ਸੋ ਕਹੋ ਕਲ ਗੁਰ ਸੇਵੀਐ ਅਹੰਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਸੰਭੀ ਨੂਰ ਅਰਸੋਂ ਕੁਰਸੋਂ ਚਟਿਐ ਦੁੱਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟਿਐ ਦੁੱਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟਿਐ ਸਤਨਾਮ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ
ਆਪ ਸਿਰਜਣਹਾਰੈ ਧਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਉਥਾਉ ਉਤੋਲ ਤੂ ਤੇਰਾ ਅੰਤ ਨ ਪਾਰਾਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਿਵਾਰ ਸਤਿਗੁਰੂ ਚੌਰ ਛਤਰ ਤਖਤ ਦੇ ਮਾਲਕ ਗੁਰਤਾ ਦੇ ਵਿਰਾਜਮਾਨ ਜੁਗੋ ਜੁਗ ਟਲ ਸੱਚੇ ਸ਼ਹਿਨਸ਼ਾਹ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਸਤ ਸੰਗੀਆਂ ਨੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਮਹਾਨ ਲਾਹ ਖੱਟਿਆ ਹੈ। ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹਾ ਕੱਟਿਆ ਹੈ। ਗਰੀਬ ਨਿਵਾਰ ਸਤਿਗੁਰੂ ਜੀ ਨੇ ਰਹਿਮਤ ਕਰਕੇ ਗੁਰਬਾਣੀ ਵਿਚਾਰ ਦਾ ਕਥਾ ਦਾ ਸਮਾਂ ਬਖਸ਼ਿਆ ਹੈ। ਸਭ ਤੋਂ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਜੋ ਪ੍ਰਭੂ ਦੇ ਤਟਸਥੀ ਲਖਣਾ ਵਾਲੀ ਹਰੀ ਦੀ ਕਥਾ ਹੈ, ਜਿਸ ਦੇ ਅੰਦਰ ਇਸ ਕਥਾ ਦੇ ਅੰਦਰ ਕੇਵਲ ਅਕਾਲ ਪੁਰਖ ਦੀ ਵਡਿਆਈ ਹੈ, ਪ੍ਰਭੂ ਦੀ ਉਸਤਤ ਹੈ। ਐਸੀ ਕਥਾ ਸਰਵਣ ਕਰਨ ਦਾ ਸਮਾਂ ਗਰੀਬ ਨਿਵਾਸ ਸਤਿਗੁਰੂ ਜੀ ਨੇ ਬਖਸ਼ਿਆ ਹੈ। ਆਓ ਕਾਗਰ ਹੋ ਕਰਕੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ, ਰਸਨਾ ਪਵਿੱਤਰ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੰਜਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਤਾ ਰੁਬਾਬੀ ਤੇ ਬਲਵੰਡ ਗੁਰੂ ਨਾਨਕ ਦੇ ਘਰ ਦੀ ਉਸਤਤ ਉਚਾਰਨ ਕਰਦੇ ਨੇ। ਪਹਿਲੇ ਪਾਤਸ਼ਾਹ ਤੋਂ ਲੱਗ ਕਰਕੇ ਤੀਸਰੀ ਪਾਤਸ਼ਾਹੀ ਤੱਕ ਵਡਿਆਈ ਆਪਾਂ ਪਿਛਲੇ ਸ਼ਬਦਾਂ ਅੰਦਰ ਸਰਵਣ ਕੀਤੀ ਹੈ। ਚੌਥੇ ਗੁਰਦੇਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਨ ਲੱਗੇ ਨੇ, ਪ੍ਰਾਰੰਭ ਕਰਨ ਲੱਗੇ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਵਤਾਰ 1591 ਵਿਕਰਮੀ ਵਿੱਚ ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ ਹੋਇਆ। ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ
ਬਾਲਕ ਅਵਸਥਾ ਤੋਂ ਹੀ ਪ੍ਰਭੂ ਚਰਨਾਂ ਦੇ ਪ੍ਰੀਤਵਾਨ ਹੈ ਸਨ ਰਾਮਦਾਸ ਜੀ। ਇਤਿਹਾਸ ਦੇ ਅੰਦਰ ਜਿਨ੍ਹਾਂ ਦਾ ਨਾਮ ਜੇਠਾ ਜੀ ਕਰਕੇ ਵੀ ਆਇਆ। ਪੰਜਾਬੀ ਬੋਲੀ ਦੇ ਵਿੱਚ ਜੇਠਾ ਸ਼ਬਦ ਵੱਡੇ ਪੁੱਤਰ ਦੇ ਲਈ ਵਰਤਿਆ ਜਾਂਦਾ ਹੈ ਜਾਂ ਵੱਡੀ ਧੀ ਦੇ ਲਈ। ਪਹਿਲਾ ਪੁੱਤਰ ਜਿਹੜਾ ਹੋਵੇ, ਗੁਰਬਾਣੀ ਦੇ ਅੰਦਰ ਤੇ ਰਾਮਦਾਸ ਹੀ ਨਾਮ ਆਇਆ ਹੈ। ਜਿਵੇਂ ਪਾਵਨ ਸ੍ਰੀ ਲਹਿਣਾ ਜੀ ਦਾ ਨਾਮ ਲਹਿਣਾ ਜੀ ਕਰਕੇ ਸੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਅੰਗਦ ਕਹਿ ਕਰਕੇ ਨਵਾਜਿਆ। ਇਸ ਪ੍ਰਕਾਰ ਧੁਰ ਕੀ ਬਾਣੀ ਅੰਦਰ ਤੇ ਗੁਰੂ ਰਾਮਦਾਸ ਜੀ ਦਾ ਨਾਮ ਰਾਮਦਾਸ ਕਰਕੇ ਹੀ ਆਇਆ ਹੈ। ਇਤਿਹਾਸਕਾਰਾਂ ਨੇ ਜੇਠਾ ਜੀ ਵੀ ਲਿਖਿਆ ਹੋਇਆ ਹੈ। ਜੇਠੇ ਪੁੱਤਰ ਸਨ, ਮਾਤਾ ਪਿਤਾ ਦੇ ਪਹਿਲੇ ਵੱਡੇ ਪੁੱਤਰ ਸਨ। ਸੋ ਜ਼ਿੰਦਗੀ ਦਾ ਵਕਤ ਗੁਜ਼ਰਦਾ ਗਿਆ। ਦੁੱਖ ਸੁੱਖ ਦੇ ਵਿੱਚ ਹਰ ਵੇਲੇ ਪ੍ਰਭੂ ਨੂੰ ਯਾਦ ਕਰਕੇ ਜੇਠਾ ਜੀ ਨੇ ਵਕਤ ਗੁਜ਼ਾਰਿਆ, ਸਮਾਂ ਗੁਜ਼ਾਰਿਆ। ਅਕਸਰ ਕਾਰ ਗੋਬਿੰਦਵਾਲ ਸਾਹਿਬ ਵਿਖੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਬੌਲੀ ਸਾਹਿਬ ਦੀ ਸੇਵਾ ਵਿੱਚ ਬੜੀ ਮਹਾਨ ਘਾਲਣਾ ਘਾਲੀ। ਦਿਨ ਰਾਤ ਸੇਵਾ ਦੇ ਅੰਦਰ ਨਿਰੰਤਰ ਕਾਗਰ ਹੋ ਕਰਕੇ, ਉਡੋਲ ਹੋ ਕਰਕੇ ਸੇਵਾ ਜਾਰੀ ਰੱਖਦੇ। ਆਪਣੇ ਮਨ ਨੂੰ ਸਥਿਰ ਰੱਖ ਕਰਕੇ ਟੋਕਰੀ ਢੋਂਦੇ ਰਹਿੰਦੇ ਤੇ ਪ੍ਰਭੂ ਚਰਨਾਂ ਦੇ ਪ੍ਰੀਤਵਾਨ ਹੋ ਕਰਕੇ ਵਕਤ ਗੁਜ਼ਾਰਦੇ। ਤੀਸਰੇ ਗੁਰਦੇਵ ਸਤਿਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਜੀ ਨੇ ਇੱਕ ਵਾਰੀ ਬਚਨ ਕਿਹਾ, ਪਤੀ ਸਤਿਗੁਰੂ ਜੀ, ਪੁੱਤਰੀ ਦਾ ਭਾਨੀ ਜੀ ਦਾ ਰਿਸ਼ਤਾ ਕਿਤੇ ਕਰੋ, ਜੋਗ ਵਰ ਦੇਖ ਕਰਕੇ ਵਿਆਹ ਦੇ ਸ਼ਾਦੀ ਦੇ ਲਾਇਕ ਹੋ ਗਈ ਉਹਨਾਂ ਦੀ ਆਰਜ਼ੂ। ਸਮਰੱਥ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਜਿਵੇਂ ਭੱਟਾਂ ਨੇ ਉਚਾਰਨ ਕੀਤੀ ਹੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੈ। ਐਸੇ ਸਤਿਗੁਰੂ ਜੀ ਨੇ ਵਚਨ ਕਿਹਾ ਕਿ ਕੈਸਾ ਵਰ ਚਾਹੀਦਾ ਹੈ। ਸੁਭਾਵਿਕ ਹੀ ਮਾਤਾ ਜੀ ਨੇ ਕਿਹਾ ਜੇਠਾ ਜੀ ਵੱਲ ਨੂੰ ਇਸ਼ਾਰਾ ਕਰਕੇ ਕਿ ਜਿਸ ਤਰ੍ਹਾਂ ਇਹ ਬਾਲਕ, ਇਹ ਲੜਕਾ ਸੇਵਾ ਦੇ ਅੰਦਰ ਨਿਰੰਤਰ ਆਪਣੇ ਮਨ ਨੂੰ ਕਾਗਰ ਰੱਖ ਕਰਕੇ ਪ੍ਰਭੂ ਚਰਨਾਂ ਦਾ ਪ੍ਰੀਤਵਾਨ ਹੋਇਆ ਵਿਆਹ, ਇੱਕ ਸੇਵਾ ਦੇ ਰਸ ਨੂੰ ਗੁਰੂ ਚਰਨਾਂ ਦੇ ਪ੍ਰੀਤਵਾਨ ਹੋ ਕਰਕੇ ਵਕਤ ਨੂੰ ਕੱਢ ਰਿਹਾ ਹੈ। ਨਾ ਕੋਈ ਸੰਸਾਰੀ ਗੱਲਾਂ ਬਾਤਾਂ ਅੰਦਰ ਕਦੇ ਮਨ ਇਸ ਦਾ ਪਰਚਾਵਾ ਕਰਦਾ ਹੋਇਆ ਵੇਖਿਆ ਹੈ। ਕੇਵਲ ਸੇਵਾ ਦੇ ਨਾਲ ਹੀ ਤੇ ਜਾਂ ਪ੍ਰਭੂ ਬਾਣੀ ਦੇ ਨਾਲ, ਨਾਮ ਦੇ ਨਾਲ ਹੀ ਇਸ ਦਾ ਮਨ ਭਿੱਜਿਆ ਹੋਇਆ ਐਸਾ ਬਾਲਕ ਚਾਹੀਦਾ। ਤੀਸਰੇ ਗੁਰਦੇਵ ਕਹਿਣ ਲੱਗੇ ਵੀ ਐਸਾ ਤਾਂ ਫਿਰ ਇਹੋ ਹੀ ਹੋ ਸਕਦਾ ਹੈ, ਇਹਦੇ ਵਰਗਾ ਹੋਰ ਕੋਈ ਨਹੀਂ ਜੀ, ਇਸ ਦੇ ਨਾਲ ਹੀ ਪੁੱਤਰੀ ਦੀ ਸ਼ਾਦੀ ਕਰ ਦਿਓ। ਮਾਤਾ ਜੀ ਨੇ ਕਿਹਾ ਪਤੀ ਸਤਿਗੁਰੂ ਜੀ, ਮੈਂ ਤੇ ਇੱਕ ਗੱਲ ਹੀ ਕਹੀ ਸੀ ਵੀ ਐਸਾ ਲੜਕਾ ਹੋਣਾ ਚਾਹੀਦਾ, ਆਪਨੇ ਇਹ ਹੀ ਕਹਿ ਦਿੱਤਾ। ਪਰ ਤੀਸਰੇ ਗੁਰਦੇਵ ਕਹਿੰਦੇ ਜੋ ਕਹਿ ਦਿੱਤਾ ਸੋ ਕਹਿ ਦਿੱਤਾ, ਹੁਣ ਤੋਂ ਇਹ ਸਾਡਾ ਦਮਾਦ ਹੋਇਆ। ਬੀਬੀ ਭਾਨੀ ਜੀ ਦੀ ਸ਼ਾਦੀ ਜੇਠਾ ਜੀ ਦੇ ਨਾਲ ਕਰ ਦਿੱਤੀ ਗਈ। ਸਾਧ ਸੰਗਤ, ਇਹ ਮਨ ਦੇ ਵਿੱਚੋਂ ਹਉਮੈ ਹੰਕਾਰ ਨੂੰ ਗਵਾ ਕਰਕੇ, ਕਿਉਂਕਿ ਉਹ ਤੇ ਜਨਮ ਤੋਂ ਹੀ ਸੀ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਪੁਰਸ਼ਾਂ ਦੇ ਬਚਨ ਨੇ ਕਿ ਜਿਸ ਦਿਨ ਲਾਹੌਰ ਦੇ ਚੂਨਾ ਮੰਡੀ ਅੰਦਰ ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦਾ ਅਵਤਾਰ ਪ੍ਰਗਟ ਹੋਇਆ ਸੀ ਤੇ ਨਦੀਆਂ ਦੁੱਧ ਦੀਆਂ ਵਹਿ ਤੁਰੀਆਂ। ਜਿਹੜੇ ਪਹਿਰ ਰਾਤ ਰਹਿੰਦੀ ਤੋਂ ਰਿਸ਼ੀ ਮੁਨੀ ਮਹਾਤਮਾ ਨਦੀ ਤੇ ਜਾ ਕਰਕੇ ਇਸ਼ਨਾਨ ਕਰਦੇ ਸਨ, ਆਪਣੇ ਲੋਟੇ ਜਲ ਦੇ ਭਰ ਕਰਕੇ ਲਿਆਏ ਤੇ ਜਦ ਸਵੇਰ ਦਿਨ ਚੜ੍ਹਦਾ ਡਿਠਾ ਕਿ ਉਹਨਾਂ ਵਿੱਚ ਦੁੱਧ ਹੈ। ਇਤਿਹਾਸਕਾਰਾਂ ਨੇ ਲਿਖਿਆ ਹੋਇਆ ਹੈ। ਸਮਰੱਥ ਸਤਿਗੁਰੂ ਸ੍ਰਿਸ਼ਟੀ ਦੇ ਭਾਰ ਚੱਲਣ ਵਾਲੇ ਤੀਸਰੇ ਗੁਰਦੇਵ ਜੀ ਦੀ ਗੁਰਤਾ ਦੇ ਵਾਰਸ ਦਾ ਤੇ ਜਨਮ ਜੋ ਹੋਇਆ ਸੀ, ਸੋ ਬੀਬੀ ਭਾਨੀ ਜੀ ਨੇ ਪਿਤਾ ਸਤਿਗੁਰੂ ਜੀ ਦੀ ਅਣਥੱਕ ਸੇਵਾ ਕੀਤੀ। ਨਾਮ ਬਾਣੀ ਦੇ ਰੱਤੇ ਸਨ ਮਾਤਾ ਭਾਨੀ ਜੀ ਤੇ ਬਹੁਤ ਵਡਭਾਗੇ। ਪਿਤਾ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਪੁੱਤਰੀ
ਮੰਗੋ ਕੀ ਇੱਛਾ ਹੈ, ਕੀ ਚਾਹਨਾ ਹੈ, ਕੀ ਤੁਹਾਡੀ ਤਮੰਨਾ ਹੈ। ਤੇ ਬੀਬੀ ਭਾਨੀ ਜੀ ਨੇ ਜੋ ਮਹਿਲ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇ, ਉਹਨਾਂ ਨੇ ਬੇਨਤੀ ਕੀਤੀ ਸੀ, ਪਿਤਾ ਸਤਿਗੁਰੂ ਜੀ, ਗੁਰਤਾ ਸਾਡੇ ਘਰ ਵਿੱਚ ਆ ਜਾਣੀ ਚਾਹੀਦੀ ਹੈ। ਦੇਖੋ ਕੈਸੇ ਹਨ ਮਾਤਾ ਭਾਨੀ ਜੀ, ਜਿਨ੍ਹਾਂ ਦਾ ਪਤੀ ਵੀ ਗੁਰਤਾ ਦਾ ਵਾਰਸ ਹੋਇਆ, ਪੁੱਤਰ ਵੀ ਹੋਇਆ, ਪੋਤਰੇ ਵੀ ਹੋਏ। 10ਵੀਂ ਪਾਤਸ਼ਾਹੀ ਤਹੀਂ ਸੋਢੀ ਵੰਸ਼ ਦੇ ਅੰਦਰ ਹੀ ਗੁਰਤਾ ਗੱਦੀ ਰਹੀ। ਪਿਤਾ ਸਤਿਗੁਰੂ ਜੀ ਨੇ ਵਚਨ ਕਹੇ, ਪੁੱਤਰੀ ਜੋ ਤੂੰ ਮੰਗ ਲਿਆ ਪ੍ਰਾਪਤ ਜ਼ਰੂਰ ਹੋਵੇਗਾ, ਪਰ ਇਸ ਦੇ ਬਦਲੇ ਕਰਜ਼ ਬੜਾ ਚੁਕਾਉਣਾ ਪਵੇਗਾ। ਕੁਰਬਾਨੀਆਂ ਬੜੀਆਂ ਦੇਣੀਆਂ ਪੈਣਗੀਆਂ, ਬਹੁਤ ਕੁਰਬਾਨੀਆਂ ਦੇਣੀਆਂ ਪੈਣਗੀਆਂ। ਪਿਤਾ ਸਤਿਗੁਰੂ ਜੀ, ਕੁਰਬਾਨੀਆਂ ਦੇਣ ਦਾ ਬਲ ਵੀ ਤਾਂ ਤੁਸਾਂ ਹੀ ਬਖਸ਼ਣਾ ਹੈ, ਇਹ ਦਮ ਵੀ ਤਾਂ ਤੁਸਾਂ ਹੀ ਬਖਸ਼ਣਾ ਹੈ। ऐसी धीरज ते ऐसा ज्ञान, ऐसी बेनती करनी जाच माता भानी जी तो सीखिए। संसारी बंदे दे उपर सार संग जो कोई वक्त आ जाए ना, ये बंदा तिरमला उठता है, ना तो मनुख दुख देखता है, ना तकलीफ देखता है, ना कोई वक्त माड़ा आ जाए, कदे कोई बंदे दे विपता पै जाए। कई बारी अक्या होया मनुख रब नूं लांभे देण बैठ जाता है। ते प्रार्थना ਆਪਾਂ नहीं करते सतगुरु के चरणों अंदर, गरीब निवास सतगुरु जी, ये दुख भी तेरा ही दिता होया, दुख सुख दोएदार कपड़े पहरे जाए मनुख, शरीर के कपड़े ने, तन के कपड़े ने। एक कपड़ा सदा नहीं रखा जाता, जो मैला होगा या उतारेगा बंदा फिर दूसरा पहनेगा। आप प्रभु के चरणों से प्रार्थना नहीं करते वाहिगुरु भी तेरा भाना मीठा लग है, जे गुर झुड़के तो मीठा लग जा, बख्शे तो तुद वड़ियाई। गरीब निवाज सतगुरु, ये जिहड़ा दुख का समा आया है, मेरे अंदर समर्था नहीं भी मैं इस वक्त नूं कढ सकां, आप ही रहमत करके इहो जी अजार शक्ति बख्शो, इहो जिहा बल बख्शो कि जिहड़ा दुख का विपता का समय मेरे ते आया होया है, मेर भरिया हथ करके निकल जावे, तेरी बख्शिश हो जावे। इस दुख नूं जरन दी शक्ति बख्शो, समर्था बख्शो, ताकि मेरा ये दुख का समा जिहड़ा गुजर जाए। बीबी भानी जी, माता भानी जी ने ऐसा वचन किया, पिता सतगुरु जी, कोई बात नहीं, दुख आवणगे तां कुर्बानियां देणियां पैणगियां, तां ये कुर्बानियां करन दे लई, ये दुख तकलीफां नूं झल्लण दे लई बल भी तां तुसीं बख्शना है। त्रुट उठे मेहरबान सतगुरु अमरदास जी कहण लगे, बा पुत्री, गुरु नानक दे घरों वरसाई गई है, ये गुरता हम तेरे घर विच आवेगी। परख भी बड़ी कीती, ऐसे नहीं केवल पुत्री दे वचन कहण दे उपर नहीं, अमरदास सतगुरु जी ने गुरु रामदास जी दी और भाई रामा जी सन जो दूसरे, उन्होंने थड़े बनाते रहे। कई बारी सतगुरु जी ने 3-3 4-4 बारी उठवाए, वैसे ही कह देना कि इस दे अंदर फर्क पै गया, इसकी दीवार टेढ़ी होगी, कंध होगी, ये चंगा नहीं बनया। जो तीसरी बार बनाया तो रामा जी ने कह दिता सी, सतगुरु जी आप जी विरध अवस्था हो गए हो, इसलिए जिहड़ा आप नूं ये भरम प्रतीत हुंदा है। ते जदों रामदास जी ने कहा भी पुरखा तू भी ठीक नहीं बनाया, तो उन्हें बेनती की, सतगुरु जी मेरी मत थोड़ी है, आप बल बख्शो, मैं दोबारा बनाऊंगा। जो जोग बन जाएगा आप दस दिओ, जिन्नी बारी मर्जी बनाना पै जाए। उस कसवट्टी चो पार हुए ते चौथे गुरदेव गुरु रामदास जी दे गुरता दा तिलक मिलिया। उन्होंने अमृत सरोवर गुरु रामदास जी की खुदवाई करवाई। सचखंड हरमंदर साहिब की रचना ते पंजवें गुरदेव ने की करवाई आ, पर रामदास सरोवर की शोभा पहला ही खुदवाई हो गई सी, तैयार कुछ हो चुकिया सी। हुण चौथे पातशाह महाराज जी की वडियाई करदियां होया, गुरदेव सतगुरु जी की उस्तत करदियां होया, राय बलवंत सत्य ने उचारण किया, धन धन रामदास गुर जिन सिरिया तिन्है सवारिया। धन हो गुरु रामदास सच्चे पातशाह, डिठे सभे थाल नहीं तुद जेहिया, बद हो पुरख बधाते ताकू सोहया। रामदास चक वसाया, गुरु का नगर वसाया, अमृत सार सिवती का घर वसाया। वड्डो पुरख बधाते ताकू सोहया,
ਡਿੱਠੇ ਸਭੇ ਸਾਬ ਨਹੀਂ ਤੁਧ ਜਿਹੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ। ਕੋਈ ਵੀ ਸਥਾਨ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਦੁਨੀਆ ਦੇ ਉੱਪਰ ਪੰਜਾਬ ਵਰਗੀ ਕੋਈ ਜਗ੍ਹਾ ਨਹੀਂ, ਤੇ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਸ਼ਹਿਰ ਵਰਗੀ ਕੋਈ ਜਗ੍ਹਾ ਨਹੀਂ, ਅੰਮ੍ਰਿਤਸਰ ਦੇ ਵਿੱਚੋਂ ਸੱਚਖੰਡ ਸਰਮੰਦਰ ਸਾਹਿਬ ਵਰਗਾ ਕੋਈ ਸਥਾਨ ਕਿਤੇ ਦੁਨੀਆ ਤੇ ਨਹੀਂ ਹੈ। ਇਹ ਗੁਰਬਾਣੀ ਦਾ ਫੈਸਲਾ ਹੈ। ਅਕਾਲ ਪੁਰਖ ਪ੍ਰਭੂ ਨੇ ਹਰ ਮੰਦਰ, ਹਰੀ ਦਾ ਮੰਦਰ, ਪ੍ਰਭੂ ਦੇ ਰਹਿਣ ਵਾਲਾ ਮੰਦਰ ਉਹ ਬਣਾਇਆ, ਸਿਰਿਆ, ਜਿਸ ਨੂੰ ਡਿੱਠਿਆ ਹੋਇਆਂ, ਦਰਸ਼ਨ ਕਰਿਆ ਹੋਇਆਂ ਮਨ ਨੂੰ ਸ਼ਾਂਤ ਪੈਂਦੀ ਹੈ। ਇਸ ਵਾਸਤੇ ਗੁਰੂ ਰਾਮਦਾਸ ਜੀ ਤੁਸੀਂ ਧੰਨ ਹੋ, ਧੰਨ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਆਪਾਂ ਸੰਸਾਰ ਦੇ ਲੋਕ ਕਿਸੇ ਮਾਇਆਧਾਰੀ ਬੰਦੇ ਨੂੰ ਕਹਿੰਦੇ ਆ ਵੀ ਧੰਨ ਧੰਨ ਹੈ, ਬੜੀ ਕਮਾਈ ਕੀਤੀ ਹੈ ਬੰਦੇ ਨੇ, ਬੜੀ ਘਾਲਣਾ ਘਾਲੀ ਹੈ, ਧੰਨ ਹੈ ਫਲਾਨਾ ਬੰਦਾ, ਇਹਨੇ ਤੇ ਬਹੁਤ ਜ਼ਿੰਦਗੀ 'ਚ ਕੰਮ ਕੀਤਾ ਹੈ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੀਸਰੇ ਗੁਰਦੇਵ ਸਤਿਗੁਰੂ ਅਮਰਦਾਸ, ਧੰਨ ਧੰਨ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਨੇ। ਤੀਸਰੇ ਗੁਰਦੇਵ ਸਤਿਗੁਰੂ ਜੀ ਧੰਨ ਧੰਨ ਕਿਹਨੂੰ ਕਹਿੰਦੇ ਨੇ? ਤੁਰਕੀ ਬਾਣੀ ਅੰਦਰ ਇੱਕ ਵਚਨ ਕਥਨ ਕੀਤਾ ਹੈ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਸਰਣੀ ਜਾਏ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰ ਕੋ ਹਉ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਤਿਸ ਗੁਰ ਕੋ ਹਉ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਸੰਸਾਰ ਦੇ ਲੋਕ ਤਾਂ ਕਹਿੰਦੇ ਆ ਜੀ ਧੰਨ ਧੰਨ ਹੈ ਜੀ, ਫਲਾਣੇ ਬੰਦੇ ਨੇ ਆਪਣੇ ਇੰਨੇ ਪਰਿਵਾਰ ਦੇ ਮੈਂਬਰ ਇੰਡੀਆ ਤੋਂ ਮੰਗਾਏ, ਇੰਗਲੈਂਡ 'ਚ ਪੱਕੇ ਕਰਾ ਦਿੱਤੇ, ਵੀ ਬੜੀ ਧੰਨਤਾ ਕੀਤੀ ਹੈ, ਬੜੀ ਕਮਾਈ ਕੀਤੀ ਹੈ। ਤੀਸਰੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਧੰਨ ਧੰਨ ਉਹ ਪੁਰਖ ਹੈ ਜੋ ਸਤਿਗੁਰ ਸਰਣੀ ਜਾਏ ਪਿਆ, ਜਿਹੜਾ ਗੁਰੂ ਨਾਨਕ ਦੇ ਦਰ ਤੇ ਆਇਆ, ਸਤਿਗੁਰੂ ਦੀ ਸ਼ਰਨ 'ਚ ਆਇਆ, ਉਹ ਧੰਨਤਾ ਦੇ ਯੋਗ ਹੈ। ਸ਼ਾਬਾਸ਼ ਸ਼ਾਬਾਸ਼ ਹੈ ਉਸਨੂੰ, ਜਿਹੜਾ ਮਨ ਬਾਣੀ ਸਰੀਰ ਕਰਕੇ ਆਇਆ। ਹੁਣ ਖਿਆਲ ਕਰਿਓ ਸਤਸੰਗੀਓ, ਕਈ ਵਾਰੀ ਆਪਾਂ ਬੈਠੇ ਸਰਨ ਦੇ ਵਿੱਚ ਹੁੰਦੇ ਆ, ਸੁਰਤੀ ਬਿਰਤੀ ਕਿਤੇ ਹੋਰ ਹੁੰਦੀ ਹੈ, ਤੇ ਕਈ ਵਾਰੀ ਫਿਰਦੇ ਆਪਾਂ ਆਪਣੇ ਕੰਮਾਂ ਕਾਜਾਂ ਤੇ ਹੁੰਦੇ ਆ, ਤੇ ਸੁਰਤੀ ਬਿਰਤੀ ਗੁਰੂ ਕੀ ਸ਼ਰਨ ਦੇ ਵਿੱਚ ਹੁੰਦੀ ਹੈ। ਪ੍ਰਵਾਨਿਕ ਤਾਂ ਸੁਰਤੀ ਤੇ ਬਿਰਤੀ ਨਹੀਂ ਹੋਣਾ ਹੈ, ਪ੍ਰਮਾਣਿਕ ਤਾਂ ਉਹਨੇ ਹੋਣਾ ਹੈ। ਸਤਵੇਂ ਗੁਰਦੇਵ ਜੀ ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਕੀਰਤਪੁਰ ਸਾਹਿਬ ਵਿਖੇ ਬੈਠੇ ਨੇ, ਦੀਵਾਨ ਦੀ ਸਮਾਪਤੀ ਹੋਈ, ਲਾਂਗਰੀ ਨੇ ਆ ਕਰਕੇ ਪ੍ਰਾਰਥਨਾ ਕੀਤੀ, ਗੁਰਦੇਵ ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਹੋ ਗਈ ਹੈ, ਲੰਗਰ ਪ੍ਰਸ਼ਾਦ ਤਿਆਰ ਹੈ, ਸਿੱਖ ਸੰਗਤਾਂ ਡੀਕਦੀਆਂ ਨੇ, ਆਪ ਆ ਕਰਕੇ ਭੋਜਨ ਛਕੋ, ਤੇ ਗੁਰੂ ਕੀ ਸੰਗਤ ਵੀ ਡੀਕਦੀ ਹੈ, ਆਪ ਛਕੋਗੇ ਤੇ ਸੰਗਤ ਛਕੂਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਰਹੇ। ਥੋੜੇ ਕੁ ਵਕਤ ਬਾਅਦ ਫਿਰ ਲਾਂਗਰੀ ਨੇ ਆ ਕੇ ਪ੍ਰਾਰਥਨਾ ਕੀਤੀ, ਸਤਿਗੁਰੂ ਜੀ ਭੋਜਨ ਪਾਣੀ ਬੜੀ ਦੇਰ ਦਾ ਬਣਾਇਆ, ਆਪ ਆਓ, ਦੀਵਾਨ ਦੀ ਸਮਾਪਤੀ ਹੋਈ ਹੈ, ਉੱਠ ਕਰਕੇ ਭੋਜਨ ਪਾਣੀ ਛਕੋ। ਸਮਰੱਥ ਸਤਿਗੁਰੂ ਜੀ ਫਿਰ ਵੀ ਅਡੋਲ ਬੈਠੇ ਨੇ। ਦਿਨ ਦਾ ਪਿਛਲਾ ਪਹਿਰ ਹੋ ਆਇਆ, ਫਿਰ ਲਾਂਗਰੀ ਬੇਨਤੀ ਕਰਦਾ ਹੈ, ਤੀਸਰੀ ਵਾਰ ਬੇਨਤੀ ਕਰਨ ਤੇ ਸਤਿਗੁਰੂ ਉੱਠਦੇ ਨੇ, ਤੇ ਸੰਗਤਾਂ ਵੀ ਉਡੀਕਦੀਆਂ ਰਹੀਆਂ। ਸੇਵਕਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਸਤਿਗੁਰੂ ਕੀ ਕਾਰਨ ਹੋਇਆ? ਆਪ ਜੀ ਉੱਠੇ ਨਹੀਂ, ਸਮਾਪਤੀ ਤੇ ਦੀਵਾਨ ਦੀ ਬਹੁਤ ਦੇਰ ਦੀ ਹੋਈ ਹੈ। ਤੇ ਸਤਵੇਂ ਪਾਤਸ਼ਾਹ ਸਤਿਗੁਰੂ ਜੀ ਕੀ ਬਚਨ ਕਹਿੰਦੇ ਨੇ ਗੁਰਸਿੱਖੋ? ਭਾਈ ਗੋਇੰਦਾ ਬੈਠਾ ਹੈ ਕਾਬਲ ਦੇ ਅੰਦਰ, ਉਹਨੇ ਸੁਰਤੀ ਦੇ ਨਾਲ ਸਾਡੇ ਚਰਨ ਫੜੇ ਹੋਏ ਸਨ, ਜੇ ਉੱਠਦੇ ਸੀ ਤੇ ਉਹਦੀ ਸੁਰਤੀ ਟੁੱਟਦੀ ਸੀ। ਐਨੀ ਪ੍ਰੀਤ ਰੂਪੀ ਰੱਸੀ ਦੇ ਨਾਲ ਬੰਨੇ ਹੋਏ ਬੈਠੇ ਸੀ, ਅਸੀਂ ਉੱਠ ਨਹੀਂ ਸਕੇ। ਭਾਈ ਗੋਇੰਦਾ ਜੀ ਕਾਬਲ ਦੇ ਵਿੱਚ ਬੈਠੇ ਹੈ। ਖਿਆਲ ਕਰਿਓ, ਹੁਣ ਕਾਜੀ ਕਹਿੰਦਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਮੇਰੇ ਨਾਲ ਨਵਾਜ਼ ਪੜ੍ਹ ਲੈਂਦੇ, ਜੇਕਰ ਦੌਲਤ ਨਵਾਬ ਨੇ ਨਹੀਂ ਪੜ੍ਹੀ ਨਾ, ਇਹਦੇ ਤੇ ਮੰਨ ਗਿਆ ਹੋਇਆ ਸੀ ਕਾਬਲ ਕੰਧਾਰ ਚ ਘੋੜੇ ਖਰੀਦਣ ਦੇ ਲਈ, ਪਰ ਤੁਸੀਂ ਮੇਰੇ ਨਾਲ ਨਵਾਜ਼ ਨਹੀਂ ਪੜ੍ਹੀ, ਮੈਂ ਤੇ ਬੜੀ ਕਾਗਰ ਹੋ ਕੇ ਪੜ੍ਹੀ ਹੈ।
गुरुदेव सतगुरु कहन लगे, काजी साहब क्यों अपना पर्दा खिलाउने हो, क्यों खिलाउने हो? सच्चे पातशाह जी कहने फिर दसीए। नवाब दौलत कहना महाराज दसो तो सही। सच्चे पातशाह कहते काजी साहब तेरे घर अंदर घोड़ी सूई है ते वो घोड़ी दा वछेरा निक्का जा वा छोटा वा, घर दे अंदर बड़ा सारा पानी वाला खड्डा पुट्टिया टोआ ते तू तो वछेरे दे पिछे पिछे दौड़िया फिरदा है, कदे खड्डे दे विच ना डिग पवे। किथे कह रहे नमाज पढ़दा है, बैठा इत्थे है, सुरती फिरती ते वछेरे दे मगर दौड़ी फिरदी है। ते नवाब दौलत खिड़खड़ा के हस पिया, कहंदा काजी साहब सच दस्सिओ कि गुरु नानक साहब पातशाह ने वचन क्या है सच्चा है? ते काजी ने गोडनियां डिग करके गुरु नानक पातशाह के चरणों ते सीस रखिया, मारे तुसीं सच किया है, सच किया है। फिर ये सरनी नहीं, सरन वो है जेड़ा भाई गोविंदा जी आया है, सतगुरु सच्चे पातशाह की सर। हुण एदा साध संगत मतलब गलत ना कढ लिओ, एदा मतलब ये ना कढ लिओ ਕੰਮਾਂ ਧੰਦਿਆਂ ਤੇ ਘਰ ਦੇ ਕਾਰ ਵਿਵਹਾਰਾਂ 'ਚ ਫਿਰਦੇ ਹੋਏ ਕਿ ਚਲੋ ਅਸੀਂ ਤੇ ਗੁਰੂ ਦੀ ਸ਼ਰਨ ਦੇ ਵਿੱਚ ਹੀ ਹੈ। ਸਤ ਸੰਗ 'ਚ ਆਉਣਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੇ, ਕਿਉਂਕਿ ਮਨ ਦੇ ਕਦੇ ਕਾਗਰ ਹੁੰਦਾ ਹੀ ਨਹੀਂ। ਸਤ ਸੰਗਤ ਮਨ ਨੂੰ ਕਾਗਰ ਕਰਦੀ ਹੈ। ਸਤਿਗੁਰੂ ਜੀ ਅਗਲੀ ਪੰਕਤੀ ਅੰਦਰ ਕੀ ਕਹਿੰਦੇ ਨੇ? ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਸਰਨੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ जिन हर नामा मुख राम कहया, जिन्हें मुख तो सतगुरु दे नाम नू उचारण कीता है। धन धन सो गुरसिख कही है जिस हर नाम सुनिया मन आनंद पया। हरि दा नाम सुन करके, प्रभु दी उस्तत नू सुन के जिहदे मन च आनंद आया, खुशी आई है, खेड़ा आया है, वो भी धनता दे योग है। क्योंकि साध संगत जिस पुरुष नू कथा कीर्तन सुन करके आनंद आएगा, ਉਹਦੇ पाप कट्टी दे हैं, पाप कट्टे जाते हैं। सत्संग विच आ करके, शब्द सुन करके, गुरबाणी का पाठ सरवण करन करके भाई गुरदास जी ने एक वचन कहे ने, कहते जैसे तो अभरण श्रृंगार सज भेड़ पतार चित बिमल आनंद है, जैसे सरवर प्रफुल्लित कमलदार मद कर मदत मगन मकरंद है, जैसे चित चाहत चकोर दे ध्यान कर अमृत किरण चतवत हित आनंद है, जैसे गाय वो सुनाए वो सो शब्द संगत मैं मानो दान कुरुखेत्र पाप मूल कंद है। भाई गुरदास जी कहते जेड़ी पतवर्ता पत्नी है, पतवर्ता धर्म दे अंदर जो प्रपक्ष है, जैसे तो श्रृंगार दे नाल अभरण श्रृंगार नाल सज करके निरोल एक पतवर्ता स्त्री अपने पति दे निरोल प्यार दे नाल मिले ते आनंद है। पत्नी है, सारे जीव ही पत्नियां है, सारे जीव ही इस जीव रूप स्त्री है ते मालक दा इको ही स्वामी है, काल पुरख प्रभु सब दा मालक है। कहते ने भेड़ पतार चित बिमल आनंद है, जैसे सरवर प्रफुल्लित कमल दाल। सरोवर दे अंदर कमल दा फुल प्रफुल्लित होया है, कमल दाल ते ओदे ते मकरंद रास भौरा करके मानदा है। इयों गुरु के चरणों के कमलों दे चरण कमलों उपरों प्रेम रस जिज्ञासु रूप भौरा करके मानदा है। ख्याल करियो, गुरु के चरण कमलों तो प्रेम रस नू जिज्ञासु रूप भौरा करके मानदा है, उस संगत दे विच आ करके मानदा है। की कहंदे? जैसे चित चाहत चकोर दे ध्यान धरै, चकोर जिवें चंद्रमा नू तक करके ध्यान धरदा है, अमृत रूपी किरणां नू चख करके वो तृप्त हुंदा है, आनंदित हुंदा है। चंद्रमा स्वरूप सतगुरु जी का दर्शन गुरसिख चकोर दी न्यायी हो करके टक करके देखते हैं। अमृत दियां किरणां गुरु नानक साहिब सच्चे पातशाह गुरु ग्रंथ साहिब महाराज अपनी बाणी तो अमृत किरणां वरसाउंदे ने ते जिज्ञासु गुरसिख जन चकोर दी न्यायी हो करके उन्हां गुरबाणी दी अमृत किरणां नूं चखदे होए तृप्त हुंदे ने। ये प्रमाण दे करके उन्होंने तीन दस्सिया है। जिवें पतवर्ता स्त्री पति नूं आनंद दे सहित मिलदी है, जिवें कमल दे फुल ते भौरा आनंद सहित होके मिलदा है, जिवें चंद्रमा दिया किरणां नूं प्रीत दे नाल चकोर मानदा है, तैसे गाए वो सुनाए वो सो शब्द संगत मैं मानो दान कुरुखेत्र पाप मूल कंद है।
ਇਉਂ ਗੁਰੂ ਕੀ ਹਜ਼ੂਰੀ ਅੰਦਰ ਸ਼ਬਦ ਦਾ ਗਾਇਨ ਕੀਤਾ ਗਿਆ, ਗਾਇਆ ਗਿਆ, ਸੁਣਾਇਆ ਗਿਆ, ਸਰਵਣ ਕੀਤਾ ਹੋਇਆ ਪਾਪਾਂ ਨੂੰ ਮੁੱਢ ਤੋਂ ਕੱਟ ਦਿੰਦਾ ਹੈ। ਜਿਵੇਂ ਕਹਿੰਦੇ ਸਨ ਕੁਰਸ਼ੇਤਰ ਦੀ ਧਰਤੀ ਤੇ ਕੀਤਾ ਹੋਇਆ ਪੁੰਨ ਫਲੀਭੂਤ ਹੁੰਦਾ ਹੈ, ਇਉਂ ਗੁਰੂ ਕਾ ਸ਼ਬਦ ਪਾਪਾਂ ਨੂੰ ਕੱਟਦਾ ਹੈ, ਪਾਪ ਦੀ ਨਿਵਰਤੀ ਕਰਦਾ, ਨਿਰਮਲ ਹਿਰਦਾ ਕਰਦਾ, ਉਜਲ ਹਿਰਦਾ। ਸਤਿਗੁਰੂ ਤੀਸਰੇ ਗੁਰਦੇਵ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਗੁਰ ਸੇਵਾ ਕਰ ਹਰ ਨਾਮ ਲਿਆ। ਜਿਹਨੇ ਗੁਰੂ की सेवा करके हरि ਦੇ ਨਾਮ ਨੂੰ ਪ੍ਰਮਾਤਮਾ ਨੂੰ ਉਚਾਰਨ ਕੀਤਾ, ਉਹ ਧੰਨਤਾ ਦੇ ਯੋਗ ਹੈ। ਸ਼ਾਬਾਸ਼ ਆ, ਉਸ ਨੂੰ ਧੰਨ ਹੈ ਉਹ। ਗੁਰਦੇਵ ਸਤਿਗੁਰੂ ਜੀ ਉਹਨੂੰ ਧੰਨ ਨਹੀਂ ਕਹਿੰਦੇ ਜਿਹਨੇ 5 ਰੁਪਈਆਂ ਦੀ ਲਾ ਕਰਕੇ ਕੋਈ ਨੱਚਣ ਟੱਪਣ ਵਾਲੀ ਮੰਗਾ ਲਈ। ਦੁਨੀਆ ਦੇ ਲੋਕ ਇਕੱਠੇ ਹੋ ਗਏ, ਵਾਹ 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 ਕਰਕੇ ਚਲੇ ਗਏ, ਖਾ ਪੀ ਕੇ ਸ਼ਰਾਬ ਦੀਆਂ ਬੋਤਲਾਂ ਡੋਲ ਕਰਕੇ ਨੱਚ ਟੱਪ ਕਰਕੇ। ਉਹਨੂੰ ਧੰਨ ਗੁਰਦੇਵ ਸੱਚੇ ਪਾਤਸ਼ਾਹ ਨੇ ਨਹੀਂ ਕਿਹਾ, ਗੁਰਬਾਣੀ ਨੇ ਉਹਨੂੰ ਧੰਨ ਨਹੀਂ ਕਿਹਾ। सतगुरु सच्चे पातशाह खीरली पंक्ति कहते ने, तिस गुर को हम सदा नमस्कारी, जो गुर कह पहान गुर सिख चलिया। मेरी नमस्कार है उस गुर सिख नूं जेड़ा गुरु के भाने अंदर गुरु की रजा दे अंदर चलिया है। गुरु के भाने नूं जिसने मन्निया है, रजा नूं मन्निया है, जिवें पावन श्री लहणा जी ने, जिवें भाई जेठा जी ने रामदास जी ने मन्निया राजा नूं, भाणे दे अंदर रह करके गुरु के हुक्म की पालना की है। गुरदेव सतगुरु अमरदास जी की इसे लई के साहिब सच्चे पातशाह कहंदे धन धन रामदास गुर जिन सिरिया तिनै सवारिया। श्री गुरु रामदास जी आप धन हो जिन सिरिया, जिस परमात्मा ने सृष्टि नूं सिरजिया है, सवारिया तिनै सवारिया, तिसे परमात्मा प्रभु ने, उस प्रभु दे रूप सतगुरु अमरदास जी ने आप जी नूं सवारिया है, स्थापन कीता है। पूरी होई करामात आप सिरजनहार धारिया। सिरजनहार प्रभु अकाल पुरख प्रभु दे स्वरूप गुरु नानक साहिब महाराज जी ने अपना ही चौथा स्वरूप धारिया है। गुरु रामदास जी आप जी का चौथा स्वरूप गुरु नानक साहिब ने धारिया ते पूरी होई करामात। आप जी करामातां दे साहिब भी पूर्ण होए, पूरियां बख्शां दे भंडार होए, खजाने भरपूर, कोई करामात की कमी नहीं। वैसे तो गुरमत दे अंदर करामात दिखाना कहर क्या है, पर साहिब गुरु नानक साहिब पातशाह जी ने दिखाइयां भी बड़े थावां ते है। जिथे भी गुरु नानक साहिब ने करामात दिखाई, उथे अपनी प्रभुता दे लई नहीं, अपनी वडियाई दे लई नहीं, दुनिया दे लोगां नूं अपने पिछे लाउण वास्ते नहीं दिखाई, केवल लिखाई है सच दे मार्ग ते चलण वास्ते, प्रभु दे नाल जोड़न वास्ते, अकाल पुरख परमात्मा दा मार्ग दिखाउण वास्ते। साहिब गुरु नानक साहिब जी ने बली गंधारी ने पत्थर रोड़ दिता, सच्चे पातशाह जी ने पंजा ला के खल दिता। अज भी सिख संगतां दा दर्शन करन वास्ते जांदियां ने। हसनदाल पंजा साहिब दे आपने दर्शन कीते होणगे, दास ने ते कीते, सतगुरु ने समा बख्शिया सी। उत्थे ही थलिया होया ते पंजे दा निशान उस पत्थर दे विच इंज है जिवें मक्खण दे पेड़े विच हत्थ दीआं उंगलां तसियां हुंदियां ने। कहंदे विरोधी ताकतां ने वो पंजे नूं मिटाउण वास्ते बड़ा चाहया सी, पर मिटिया नहीं। जिवें जिवें उत्तों खरोची गए, वड्डी गए, टुक्की गए, वो पंजे दा निशान गां नूं तुरदा गया, मिटिया नहीं। ये करामात नहीं दिखाई। फेरिया मक्का कला दिखाई। भाई गुरदास साहिब कहंदे टंगों पगड़ घटीसिया, फेरिया मक्का कला दिखाई। कला नाम शक्ति दा है। टंगा तो फड़ के जीवन मुल्ला ने गुरु नानक साहिब महाराज जी नूं खिच्चिया सी, पर जिधर साहिब ने चरण कीते मक्का उधर ही घूमी गया है। करामात दिखाई, ताकत दिखाई, बड़ी करामात गरीब नवाज जी ने बरती। पर जो थक हार के सरनी आ पाए, फिर सतगुरु जी ने सच दे मार्ग ते चलण दा उपदेश बख्शिया। वो सारियां करामातां गुरु नानक साहिब दीयां, गुरु अंगद साहिब सच्चे पातशाह जी दीयां, गुरु अमरदास महाराज जी दीयां, वो गुरु रामदास दे अंदर पूर्ण होईयां ने। पूरी होई करामात आप सिरजनहार है धारिया। सिरजनहार प्रभु परमात्मा ने अपना रूप चौथे गुरदेव गुरु रामदास जी दे अंदर आकर के धारण कीता होया है। सिक्खी अतः संगति पार ब्रह्म कर नमस्कारिया। सिक्खी
जिन्ने भी आप जी दे गुरसिख ने, जिन्नियां भी संगतां ने, उन्हां सब संगतां ने आप नूं पार ब्रह्म प्रकृति दे पारावार तो रहत ब्रह्म व्यापक स्वरूप जान करके प्रभु हे गुरु रामदास आप नूं नमस्कार कीती है। आपदे चरनां ते शीस झुकाया है। अटल अथाहु तोल तू तेरा अंत न पारावारिया, तू अटल है, तू मेरो मेर पर्वत स्वामी ओट गही मैं तेरी, ना तुम डोलो ना हम गिरते रख लीनी हर मेरी। समेर पर्वत दी न्याई आप अटल हो, अथाह हो, समुंदर दी न्याई आप अथाह जी दा कोई था नहीं पाया जा सकता। अतोल तोलन तो मिणती तो रहता है, बुद्धि रूपी तकड़ी विचार रूपी बट्टियां दे नाल आप नूं तोल नहीं जे सकदी। बेअंत सतगुरु तेरा अंत ना पारावारिया, तेरा किसी ने अंत नहीं दे पाया। आप जी दे पारावार नूं किसी ने जानिया नहीं। किन्नी तेरे अंदर ताकत है, किन्नी समर्था है। सतगुरु नानक साहिब सच्चे पातशाह महाराज जी बगदाद दे अंदर गए ते गरीब नवाज जी ने उत्थे पावन बाणी दी शब्द दी पौड़ी उचारी सी। पातालां पताल लख अगासां अगास, ओड़ कोड़ कपाल थके बेर कहन एक बात। ये गल सुनी जेड़ा बगदाद दा पीर सी, बगदाद दे पीर दे चेले ने सेवक ने गल सुनी ते उन्हें जा करके अपने पीर नूं दस्या कि बगदाद पीरां दा गढ़ है, इत्थे कोई काफर आ करके कुफर तोल देवे ते इदों वड्डी इस्लाम दी तौहीन नहीं कोई हो सकदी। उन्हें पूछया गल की, कहना बाहर कोई जंगल च काफर बैठा है। पहली गल तो उसने रबाब बजाई है, जो इस्लाम दे अंदर राग नूं लापण दी मनाही है, शरा दे उल्ट है। दूसरी गल मुहम्मद साहब ने 14 तबक मन्ने है, 7 पताल ते 7 अगास। उन्होंने लख कहे हुए, इन्ना कुफर तोलिया है, इन्ना झूठ बोलिया है। पीर कहन लग्या जाओ जिन्नी भी सारी खलकत इकट्ठी हो करके बट्टे मारो, पत्थर मार करके उन्होंने मार देवो। सारा जगत पत्थर ला करके चलिया रब नूं मारन वास्ते, गुरु नानक साहिब सच्चे पातशाह जी नूं मारन वास्ते। गुरबार अकाल अकाल दी आवाज उचारी ते सारी दुनिया पत्थर बन गई, खड़ी खड़ाई हुई, बुत बन गए। जिन्हें जिथे हाथ चुकिया सी उत्थे ही ठहर गया, किसी दी हिम्मत ना होई अगे कदम पुट्टण दी। ते काज फिर पीर चल करके बगदाद दा आया, बड़ियां करामातां दिखाईयां, बहुत बल आया, पर कोई ताकत ना चली। थक हार के गुरु नानक साहिब दी शरण पिया। सतगुरु सच्चे पातशाह महाराज जी ने तां तरला कीता कि इन्हां सारियां नूं ठीक कर देवो, सही सलामत कर देवो। गरीब नवाज सतगुरु कहते हो जावणगे जे अकाल पुरख नूं नमस्कार करन। उस खुदा नूं अल्लाह परमात्मा नूं हाजिर नाजिर जान करके इन्ना ही वचन किया ते वो सही सलामत हो गए, ठीक हो गए। सारा तुरकाना झुकिया गुरु नानक साहिब सच्चे पातशाह जी के चरणों ते। फिर पीर ने कहा महाराज मेरे मन में शंका है कि तुसी रबाब बजाई है इस्लाम दे अंदर, रबाब बजाउणा जिहड़ा है ये साडी सरा दे उल्टा है, गलत है। सच्चे पातशाह कहते रबाब तो एक सियोने का भांडा है, बर्तन है। सियोने के भांडे अंदर कोई जहर पा के पीवे तो उसकी मौत हो जाएगी। सियोने के भांडे अंदर कोई अमृत पा के पीवे तो अमर हो जाएगा। इस राग के अंदर जे कि विषय वकारां गाउण वाला लाभ किया जाएगा, विषय वकार नूं गाया जाएगा तो उहदे नाल बंदे की आत्मिक मौत हो जाएगी। इसे राग के अंदर धुर की बाणी गाई जाएगी, प्रभु की उस्तत जाई जाएगी, काल पुरख की सिफत सलाह होगी तो उसनूं आत्मिक आनंद प्राप्त होगा। उसकी जम्मण मरण का गेड़ कट्टिया जाएगा और 84 के चक्कर विच नहीं पवेगा। दूसरी बात आपने लख गा अस्पताल किया जां तुसीं झूठ बोलिया जां फिर मुहम्मद साहब ने झूठ बोलिया। सतगुरु जी कहते ना असीं झूठ बोलिया ना मुहम्मद साहब ने झूठ बोलिया। यह किवें हो सकता महाराज दसो तो सही। सतगुरु जी कहते जिन्हों जिथों ताईं दिसदा होवे उन्नी दूर ताईं देख के दस सकदा कोई फलानी दूर ताईं ओ रोड ते गड्डी आउंदी है, साधन आउंदा है, वाह आउंदा है, जा आउंदा है। उदों होर दूर ताईं जिन्हों वध दसेगा वो वध दस सकदा है। जिन्हां मुहम्मद साहब नूं ज्ञान सी उन्हां ने उन्ने कथन कर दिते भी 14 तपक है।
सत आकाश ते सत पताल ते सानू काल पुरख प्रभु ने लख क्या है, पर पीर जी है कि इदों भी ज्यादा तां बेअंत ने, इन्हां दा ते अंत ही नहीं पाया जा सकदा। कहण लग्या जी देखे बिना प्रतीत नहीं आउंदी, दिखा देवो। फिर भाई गुरदास जी ने लिखिया होया वचन, सतगुरु जी कहते चल साडे नाल दिखा दिंदे आ। कहंदा मैं ते बिरध हो गया, हुण इन्ना तुर नहीं सकदा, मेरे बेटे नूं लै जाओ। भाई गुरदास जी कहंदे नाल लीता बेटा पीर दा, अखी मीट गया हवाई, भर कच कौल प्रसार दा, धुर पतालों लई कड़ाही। एक बाबा अकाल रूप, दूजा रवाबी मन मरदाना। फिर बाबा गया बगदाद नूं, बाहर जाए किया प्याना। ये शब्द भाई गुरदास जी ने उचारिया जो बगदाद च गए ने। नाल लीता बेटा पीर दा, पीर दे बेटे नूं कहंदे चल भी नाल। अखी मीट गया हवाई, अखां नेत्र बंद कीते ते हवा च लीन हो गए ने। पर कच कौल प्रसाद दा, सतगुरु जी कहन लगे पीर दे बेटे नूं तेरे पिता नूं विश्वास नहीं आउणा, यकीन नहीं आउणा। आ प्रसाद जिहड़ा किणका किणका मात्र लई चल। सालां बद्धी समा हो गया साध संग, सालां बद्धी समा ते पीर दा बेटा कहंदा महाराज यकीन आ गया, विश्वास आ गया, निश्चय आ गया, वापस लै करके चलो। सतगुरु जी कहंदे मीट अखां, अखां मीटियां ते सतनाम वाहिगुरू उचारिया, उसे स्थान ते आके खड़े हो गए। कैसी कला वरताई गुरु नानक साहिब जी ने, वेखो माया दा पर्दा। पीर कह रहा है कि तुसी ते हुणे ही गए सी, हुणे ही आ गए। ते पीर दा बेटा कहंदा मैं ते थक गया, मैनूं ते सालां वधी समा ला गया तुरे फिरदे नूं नाल। आ वेखो प्रसाद लेके आए हैं। जो ये कहंदे ने ये सच है, तेरा अंत ना पारा वारिया, तेरा पारावार किसी ने नहीं पाया, तेरा अंत नहीं किसी ने पाया। जो कागज तेरे अंदर है गुरु नानक साहिब करामात, वो सारी सिरजनहार है, धारे पूरी हुई करामात, वो पूरी दी पूरी करामात गुरु रामदास दे अंदर बख्श दी है। तू वो टल है। किन्ने पीर इकट्ठे होकर के आए, बड़ा जतन चाहया मारन वास्ते, बड़ियां रिधियां सिद्धियां करामातां वरतियां, आप डोले नहीं। अथाओ है तू, तोलिया नहीं जा सकदा। बुद्धि दी तकड़ी विचार रूपी बट्टे आप नूं तोल नहीं सकदे। तेरा अंत ना पारा वारिया, तेरा पारावार कौन पावे। जिनी तू सेव्या भौ कर, से तुद मार उतारिया। जिनी तू सेव्या, जिन्हां ने तेनू भावना करके प्रेम दे नाल सेवना कीता, आराधना कीता है, उन्हां नूं सतगुरु तुसी संसार समुंदर तो पार उतार दिंदे हो, उन्हां दा पार उतारा कर दिंदे हो। कल्ले उन्हां दा ही नहीं करदे, संगी साथी सगल तराई, उन्हां सब दा आधार कर दिंदे हो। भाई मंझ जी वर्गिਆਂ ਨੂੰ कह के नवाज दिंदे हो। मंझ गुरु का बोहे था जग लंघण हारा। ਉਹ ਮਹਾਰਾਜ ਆਪ ਤੇ ਲੱਗਦੇ ਨੇ, ਹੋਰਾਂ ਨੂੰ ਲੈ ਕਰਕੇ ਉਧਰ ਜਾਂਦੇ ਨੇ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਜਿੰਨੇ ਵੀ ਕਾਮ ਕ੍ਰੋਧ ਲੋਭ ਉਹ ਆਦਿਕ ਵਿਸ਼ੇ ਨੇ, ਬਕਾਰ ਨੇ, ਔਗਣ ਨੇ, ਇਹ ਤੂੰ ਆਪਦੇ ਸ਼ਰਨ ਆਏ ਹੋਏ ਸਿੱਖਾਂ ਦੇ ਅੰਦਰੋਂ ਮਾਰ ਕਰਕੇ ਕੱਢੇ ਸਭ ਪਰਵਾਰਿਆ। ਸਹਿਜ ਪਰਿਵਾਰ ਦੇ ਕਾਮ ਕ੍ਰੋਧ ਲੋਭ ਮੋਹ ਜਿੰਨੇ ਵੀ ਆਸਰੀ ਸੰਪਦਾ ਦੇ ਨੇ, ਇਹ ਸਾਰਿਆਂ ਨੂੰ ਕੱਢ ਕਰਕੇ ਮਾਰ ਦਿੱਤਾ, ਮੁਕਾ ਦਿੱਤਾ। ਮਹਾਰਾਜ धन सो तेरा थान है, सच तेरा पैसकारिया। गुरु रामदास पातशाह धन है आप जी का स्थान, सचखंड श्री हरमंदिर साहिब गुरु रामदास जी का स्थान। धन सो तेरा थान है, सच तेरा पैसकारिया। जिहड़ा तेरा पसारा है वो भी सच्चा है, जिहड़ियां तेरियां संगतां ने वो भी सच्चियां ने। जो तेरा पसारा गुरु रामदास चक बसाया है, लंगर चलता है, सिख संगतां आउंदियां ने, दूर दराडियां तो आके सरनी पुजदियां ने, सब सच्चियां ने, सच्चे नाम नूं आराधन करदियां ने। क्योंकि सारियां दे अंदर तू व्याप्त है, सारियां दे अंदर तू परिपूर्ण है। भाई गुरदास जी कहंदे सुतन के पिता भरातन के भराता, सुतन के पिता भरातन के भराता, भामन पधार हेत जननी के बारे हैं। सुतन के पिता भरातन के भराता, भामन के भरात हेत जननी के बारे हैं। बाल का बाल बुद्ध, तरण का तरनाई, बिरध से बिरध अवस्था विस्तारे हैं। फिर कहते दृष्टि में दृष्टि का रूप रंग, दृष्टि का रूप रंग और
सुरती के नाद वेद नास का सुगंध रस रसना उचारे हैं, काटे आप काट नट बत जैसे पहे, सकल सकल सर्वभूत सर्वभूत न्यारे हैं। आप सारा सारा सत्य पातशाह पुत्तन के सुतन के सुत नाम पुत्रा है, जिन्हें पुत्र ने उन्होंने आप पिता रूप हो, और जिन्हें भरा ने उन्होंने आप भरा रूप हो करके आकर्षित होए हो सतगुरु जी। फिर कहते भामणी के भ्राता, भामण स्त्री का नाम है, भ्राता नाम पति का नाम है, पत्नी दे प्यारे पति तुसी हो। गुरु रामदास सतगुरु जी तेरा पैस कार्या सब का पसारा तेरा ही है, और पत्नी दे प्यारे पति हो। जननी के बाल जननी माता दे लाडले पुत्र हो। बालका बाल बुद्ध बालका दे विच भोलेपन वाले बालक रूप हो करके वर्त रहे हो, और तरण का तरनाई है, जवाना के अंदर जवान रूप हो करके व्यापक हो रहे हो। और फिर कहने बिरध का बिरध अवस्था विस्तार है, बिरधा के अंदर बुजुर्गों के अंदर बुजुर्ग अवस्था वाले हो करके व्यापक हो रहे हो। फिर की कहते ने, कहने जैसे दृष्टि का रूप रंग पाए, नेत्रां दे नाल किन्ने रूप रंग दखदे हैं, सारियां दे अंदर तुसी व्यापक हो रहे हो। और सुरती के नाद बेर, सुरती कन्ना का नाम है, कन्ना दे विच नाद रूप हो करके आवाज रूप हो करके तुसी सर्व व्यापक होए हुए हो। नास का स्कंद रस रसना उचारे हैं, नासां दे नाल नासकां दे नाल सुगंधी खुशबू रूप हो करके तुसी व्यापक हो सतगुरु जी। रस रसना रसना दे ऊपर रसां नूं मानण वाले ते और शब्द उच्चारण रूप हो करके व्यापक हो रहे हो। घट अब घट नट बत, घट अब घट घट नाम शरीर दा है ते अब घट शरीर तो बाहर दा है। नट बत जिवें नट दी गोली हुंदी है, कई तरह दे जेड़ा मुदारी है खेडियां वाला खेडां खेडदा है ना, आप कई तरह दे रूप हो करके शरीरां दे अंदर भी ते शरीरां दे बाहर भी। सर्वभूत सारे भूत शरीरां दे अंदर, सकल भूत सारे शरीरां दे अंदर ते सर्वभूत ते न्यारा है, सारियां तो न्यारा हो करके रहने। सच तेरा पैस कार्या, सच्चे गुरु रामदास सारा तेरा ही ते पसारा है, सारियां दे अंदर ही तू वरत रहा है सतगुरु जी। अगे भी अगवानी विच भी रहंदे है, जिवें आप जी दे पैस कार्या बाबा बुढ़ा साहब जी वर्गे, नानक तू लहना तू है और अमर तू विचारिया। तुसी गुरु नानक साहब जी रूप हो, तुसी पावन श्री लहना जी रूप हो, तुसी गुरु अमरदास जी रूप हो, और अमर तू विचारिया। गुरु अमरदास सतगुरु जी ने विचारिया कि आप नूं गुरता सौंप दित्ती, गुरता दे बार साहब जी नूं सतगुरु जी थाप दिता। गुर डिठा ता मन साधारिया। सतगुरु रामदास साहिब महाराज आप जी ने डिठियां दर्शन कीतियां होया मन सुधारिया। सहत आसरे दे वाला हो जाता है, आप जी के चरणों का आसरा ले करके शांति प्राप्त हो जाती है। आप जी के दर्शन दीदार कीतियां होया गुर डिठा ता मन साधारिया। जिन्होंने गुरु देख करके आसरा उन्होंने प्राप्त होता है। साध संगत जिहड़े मन बाणी शरीर करके आए, जिन्होंने हिरदे के अंदर गुरु चरणों का प्यार है, जिन्होंने नाम का आसरा है। जिहड़ा मनुख कदे प्रभु का शुक्र नहीं करता, काल पुरख का धन्नवाद नहीं करता, वो ते संसार की मात लोग की धरती के पार है, वो ते किरत काने है। किरत कान उहनूं कहंदे ने जिहड़ा कीते परोपकार नूं विसार देवे भला देवे। ते काल पुरख ने मनुखा शरीर बख्श दिता, अन्न खाना कपड़ पहिनण दी रासन भोगाणी। जिन दिए सो चेतना भी पशु हों कर जानी। जिस वाहिगुरू ने तन नूं कज्जण लई वस्त्र, पेट की अग नूं बुझाउण लई भोजन दिता है, रहण दे लई छत दित्ती है, बालक अवस्था च माता पिता साਂਭਣ ਦੇ ਲਈ ਦਿੱਤੇ है, जवान होण ते सेवा लई पत्नी बख्शी है, बिरध होण ते धीआं पुत्र संभालण दे ਲਈ ਦਿੱਤੇ ने। फिर भी प्रभु का शुक्र नहीं करता ते तेरे तो वड्डा किरतकान होर कोई नहीं। फिर तू मात लोग की धरती ते भार। भाई गुरदास जी कहते ने, ना तिस भारे पर्वतां समान कहंदे, ना तिस भारे कोट गढ़ घर बार दसंदे, ना तिस भारे तरबरां फल सुफल पसंदे, ना तिस भारे सायरा नद बाह बहंदे, ना तिस भारे जी जंत अणगणत फरंदे, भार भूमि अकिरत घना मंदी हूं मंदे। भाई गुरदास जी कहते ना तिस भारे पर्वतां, पृथ्वी कहनी मैनू पर्वतां दा भार नहीं, पहाड़ां दा भार नहीं जे लगदा। ना किस भारे कोट गढ़ करोड़ा किले घर बार दसंदे ने इत्थे दिसदे दुनिया ते, उन्हां दा भी मैनू भार नहीं जे लगदा। ना किस भारे तरबरां फल सुफल फलंदे, किन्ने रुख
ਕਿੰਨੀ ਬਨਸਪਤੀ ਫੁੱਲਾਂ ਸਹਿਤ ਫੁੱਲੀ ਫੈਲੀ ਹੋਈ ਹੈ, ਉਹਦਾ ਵੀ ਮੈਨੂੰ ਭਾਰ ਨਹੀਂ ਜੇ ਵਿਆਪਦਾ। ਨਾ ਧਾਰੇ ਸਾਇਰਾਂ ਨਦਵਾਬ ਹੰਦੇ, ਨਾ ਇੱਥੇ ਨਦੀਆਂ ਦੇ ਵਹਿਣ ਵਹਿੰਦੇ ਨੇ, ਦਰਿਆ ਵਹਿੰਦੇ ਨੇ, ਉਹਨਾਂ ਦਾ ਭਾਰ ਨਹੀਂ ਜੇ ਮੈਨੂੰ ਵਿਆਪਦਾ। ਭਾਰ ਧੁਣੀ ਅਕਿਰਤ ਕਣਾ, ਕਹਿੰਦੀ ਭੂਮੀਆਂ ਦੀ ਮੈਨੂੰ ਕਿਰਤ ਕਣ ਬੰਦੇ ਦਾ ਭਾਰ ਲੱਗਦਾ। ਮੰਦੀ ਹੂੰ ਮੰਦੇ, ਉਹ ਮੰਦੇ ਤੋਂ ਮੰਦਾ ਕਿਰਤ ਕਣ ਜਿਹੜਾ ਪ੍ਰਭੂ ਦਾ ਸ਼ੁਕਰ ਸ਼ੁਕਰਾਨਾ ਨਹੀਂ ਕਰਦਾ, ਜਿਹਨੇ ਦਾਤਾਂ ਬਖਸ਼ੀਆਂ, ਜਿਹੜਾ ਇਹ ਕਹਿੰਦਾ ਨਹੀਂ ਗੁਰ ਡਿਠਾ ਤਾਂ ਮਨ ਸਾਧ ਹਾਰਿਆ। ਗੁਰੂ ਰਾਮਦਾਸ ਤੇਰੇ ਦਰਸ਼ਨ ਕਰਕੇ ਤੇ ਮਨ ਨੂੰ ਆਸਰਾ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ। ਸ਼ਬਦ ਦੀ ਸਮਾਪਤੀ ਹੋਈ, ਗੁਰਬਾਣੀ ਦੀ ਵਿਚਾਰ ਕਰਦੇ ਵੇਖ ਤਰੁੱਟੀਆਂ ਹੋ ਜਾਂਦੀਆਂ। ਗੁਰੂ ਖਾਲਸਾ ਸਾਹਿਬ ਸੰਗਤ ਨੇ ਖਿਮਾ ਕਰਨਾ ਗਾਂ ਵਾਸਤੇ ਸਮਰਥ ਬਖਸ਼ਣ ਦੇਵ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੁਣੀ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅੰਮ੍ਰਿਤ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਰਾਮ ਕਲੀ ਮਹੱਲਾ ਤੀਜਾ। ਲਿਖੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ ਗੁਰ ਨਾ ਪਾਇਆ, ਹੈ ਸੇਤੀ ਮਨ ਬੁਝੀ ਨਾ ਵਧਾਈਆਂ। ਰਾਗ ਰਤਨ ਦਰਬਾਰ ਕਰੀ ਨਾਮ ਸ਼ਬਦ ਗਾਵਨੀ ਆਈ, ਨਾਮ ਸ਼ਬਦ ਤਾਂ ਗਾਵ ਮਰੀ ਕੇ ਰਾਮ ਜਿਨੀ ਵਸਾਇਆ। ਪਾਏ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਮਨ ਮੇਰੇ ਆਦ ਖੜਾ ਰਹੋ ਨਾਲੇ ਨਾਲ ਰਹੋ। ਮਨ ਮੇਰੇ ਦੁਖ ਜਾਗ ਸਾਰਨ ਅੰਗੀਕਾਰ ਹੋ ਗਏ ਰਾਗ ਗਾਲ ਸਵਾਰਨ।